बेहद दा परम परम महाविश्व परिवर्तन भाग 1 परम शांति। परम 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 महाशांति है। हुण दुनिया पूरी तरह नाल बदलण वाली है। बेहद दियां आत्मावां मतलब जिन्हां नूं असीं उच्चे गुणां वालियां आत्मावां कहंदे हां, ਉਹ ਆਤਮ ਸਰੂਪ 'ਚ ਟਿਕ ਕੇ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਯਾਨੀ ਸੰਕਲਪ ਫੈਲਾ ਕੇ ਜੋ ਨਕਾਰਾਤਮਕ ਵਾਤਾਵਰਣ ਮਤਲਬ ਨੈਗੇਟਿਵ ਵਾਤਾਵਰਣ ਹੈ ਉਹਨੂੰ ਬਦਲ ਕੇ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਭਰ ਕੇ ਲੋਕਾਂ ਨੂੰ ਪਰਮ ਸ਼ਾਂਤੀ ਮਹਿਸੂਸ ਕਰਾਉਣਗੇ। ਹੁਣ ਜੋ ਵੀ ਸਥੂਲ ਜਗਤ ਜਾਂ ਸੂਖਮ ਜਗਤ 'ਚ ਨੈਗੇਟਿਵਿਟੀ ਫੈਲੀ ਹੋਈ ਹੈ ਉਸ 'ਚ ਹੌਲੀ ਹੌਲੀ ਬਦਲਾਵ ਆਏਗਾ। ਇਹ ਬੇਹਦ ਦਾ परम 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 महाविश्व परिवर्तन यानी संपूर्ण संसार ਦੇ ਬਦਲਾਅ ਦਾ ਕੰਮ ਹੁਣ ਸ਼ੁਰੂ ਹੋ ਚੁੱਕਾ ਹੈ। ਬੇਹਦ ਦੇ ਵਿਸ਼ਵ ਪਰਿਵਰਤਨ ਦਾ ਕੰਮ ਬੇਹਦ ਦੀਆਂ ਆਤਮਾਵਾਂ ਮਤਲਬ ਹਾਈ ਕੁਆਲਿਟੀ ਆਤਮਾਵਾਂ ਬੇਹਦ ਦਾ ਪਰਮ ਗਿਆਨ ਲੈ ਕੇ ਆਤਮ ਸਰੂਪ ਤੇ ਟਿਕ ਕੇ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਫੈਲਾ ਕੇ ਚਾਰੋਂ ਪਾਸੇ ਪੂਰੇ ਬ੍ਰਹਮੰਡ 'ਚ ਪਰਮ ਸ਼ਾਂਤੀ ਫੈਲਾਣਗੀਆਂ। ਆਤਮ ਸਰੂਪ 'ਚ ਟਿਕ ਕੇ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਫੈਲਾਉਣ ਨਾਲ ਜੋ ਚਾਰੋਂ ਪਾਸੇ ਨੈਗੇਟਿਵ ਯਾਨੀ ਨਕਾਰਾਤਮਕ ਵਾਈਬ੍ਰੇਸ਼ਨਸ ਹਨ ਉਹ ਹੌਲੀ ਹੌਲੀ ਨਕਾਰਾਤਮਕ ਤੋਂ ਪੋਜ਼ਿਟਿਵ ਮਤਲਬ ਬੁਰੇ ਤੋਂ ਚੰਗੇ ਸੰਕਲਪਾਂ 'ਤੇ ਬਦਲਦੇ ਜਾਣਗੇ। ਸਾਰੀਆਂ ਆਤਮਾਵਾਂ ਨੂੰ ਪਰਮ ਸ਼ਾਂਤੀ ਦੇ ਸੰਕਲਪ ਯਾਨੀ ਵਾਈਬ੍ਰੇਸ਼ਨਸ ਮਹਿਸੂਸ ਹੋਣਗੇ। ਭਾਵੇਂ ਮਨੁੱਖ ਹੋਣ, ਸੂਖਮ ਜਗਤ ਦੀਆਂ ਆਤਮਾਵਾਂ ਹੋਣ, ਭੂਤ ਪ੍ਰੇਤ ਹੋਣ, ਭਾਵੇਂ ਉੱਚੇ ਬ੍ਰਹਮੰਡ ਦੇ 7 ਲੋਕਾਂ ਤੇ ਬੈਠੀਆਂ ਹੋਈਆਂ 7 ਲੋਕਾਂ ਮਤਲਬ 7 ਡਾਇਮੈਂਸ਼ਨਸ ਯਾਨੀ ਉੱਪਰ ਦੇ 7 ਲੋਕਾਂ 'ਚ ਆਤਮਾਵਾਂ ਬੈਠੀਆਂ ਹੋਣ, ਭਾਵੇਂ ਗੈਲੈਕਸੀ 'ਚ ਬੈਠੀਆਂ ਹੋਈਆਂ ਆਤਮਾਵਾਂ ਹੋਣ। ਗੈਲੈਕਸੀ ਮਤਲਬ ਅਨੰਤ ਕੋਟੀ ਬ੍ਰਹਮੰਡ ਜਿਸ 'ਚ ਭਾਵੇਂ ਯੂਨੀਵਰਸ 'ਚ ਹੋਣ, ਭਾਵੇਂ ਮਲਟੀਵਰਸ 'ਚ ਹੋਣ, ਚਾਰੋਂ ਪਾਸੇ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਜਾਣਗੇ ਅਤੇ ਹੌਲੀ ਹੌਲੀ ਪੂਰੇ ਮਲਟੀਵਰਸ 'ਤੇ ਜੋ ਨੈਗੇਟਿਵ ਹਨ ਉਹ ਹੌਲੀ ਹੌਲੀ ਪੋਜ਼ਿਟਿਵ ਹੁੰਦੇ ਜਾਣਗੇ ਕਿਉਂਕਿ ਹਰ ਜਗ੍ਹਾ ਆਤਮਾਵਾਂ ਬੈਠੀਆਂ ਹਨ। ਹਰ ਸੋਲਰ ਸਿਸਟਮ ਮਤਲਬ ਇੱਕ ਬ੍ਰਹਮੰਡ, ਗੈਲੈਕਸੀ ਮਤਲਬ ਮਹਾਬ੍ਰਹਮੰਡ, ਯੂਨੀਵਰਸ ਮਤਲਬ ਪਰਮ ਮਹਾਬ੍ਰਹਮੰਡ, ਮਲਟੀਵਰਸ ਤੇ 100 ਕਲਾ ਦਾ ਬ੍ਰਹਮੰਡ ਹੈ। ਇਸੇ ਤਰ੍ਹਾਂ ਬੇਹਦ ਦੀ ਕਲਾ ਦੇ ਬ੍ਰਹਮੰਡ ਹਨ। ਬੇਹਦ ਦੀ ਕਲਾ ਦੇ ਬ੍ਰਹਮੰਡ ਦਾ ਗਿਆਨ ਬੇਹਦ ਦੀਆਂ ਆਤਮਾਵਾਂ ਦੇ ਕੋਲ ਹੈ ਅਤੇ ਉਹਨਾਂ ਬੇਹਦ ਦੀਆਂ ਆਤਮਾਵਾਂ ਨੂੰ ਆਪਣੀ ਡਿਊਟੀ ਯਾਨੀ ਆਪਣੀ ਜ਼ਿੰਮੇਵਾਰੀ ਦਾ ਪਤਾ ਹੈ ਕਿ ਉਹਨਾਂ ਨੂੰ ਬੇਹਦ ਦੇ ਸੰਸਾਰ ਦਾ ਬਦਲਾਅ ਕਰਨਾ ਹੈ। ਇਹ ਉਹਨਾਂ ਦੀ ਜ਼ਿੰਮੇਵਾਰੀ ਹੈ। ਬੇਹਦ ਦੀਆਂ ਆਤਮਾਵਾਂ ਬਹੁਤ ਥੋੜ੍ਹੀਆਂ ਮੁੱਠ ਭਰ ਹੀ ਹਨ ਪਰ ਉਹਨਾਂ ਦਾ ਇੱਕ ਛੋਟਾ ਜਿਹਾ ਇਕੱਠ ਯਾਨੀ ਗਰੁੱਪ ਬੜੇ ਹੀ ਗੁਪਤ ਯਾਨੀ ਰਾਜ਼ਦਾਰ ਤਰੀਕੇ ਨਾਲ ਤਿਆਰ ਹੋ ਰਹੇ ਹਨ ਅਤੇ ਹੁਣ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਹੌਲੀ ਹੌਲੀ ਫੈਲ ਰਹੇ ਹਨ। ਜਿਸ ਤਰ੍ਹਾਂ ਬੇਹਦ ਦੀਆਂ ਆਤਮਾਵਾਂ ਹਾਈ ਕੁਆਲਿਟੀ ਆਤਮਾਵਾਂ ਜੁੜਦੀਆਂ ਜਾਣਗੀਆਂ, ਆਪਣੇ ਆਪਣੇ ਨੰਬਰ ਨਾਲ ਜੁੜਦੀਆਂ ਜਾਣਗੀਆਂ। 108 ਤੇ 1008 16000 ਤੱਕ ਜਾਂ 9 ਲੱਖ ਤੱਕ ਜੁੜਦੀਆਂ ਜਾਣਗੀਆਂ ਜਾਂ 33 ਕੋਟੀ ਦੇਵੀ ਦੇਵਤਿਆਂ ਵਾਲੀਆਂ ਵੀ ਹੌਲੀ ਹੌਲੀ ਕਰਕੇ ਜੁੜ ਜਾਣਗੀਆਂ ਤੇ ਉਹ ਗਰੁੱਪ ਵੱਡਾ ਹੋ ਜਾਏਗਾ। ਬੇਹਦ ਦੀਆਂ ਸਾਰੀਆਂ ਆਤਮਾਵਾਂ ਆਤਮ ਸਰੂਪ ਬਣ ਕੇ ਆਤਮਾ ਦੀ ਸ਼ਕਤੀ ਨੂੰ ਜਗਾਉਣਗੀਆਂ। ਬੇਹਦ ਦੀਆਂ ਆਤਮਾਵਾਂ ਦੇ ਅੰਦਰ ਪਰਮ ਲਾਈਟ ਹੈ। ਬੇਹਦ ਦੀ ਕਲਾ ਦੀ ਪਾਵਰ ਹੈ ਕਿਉਂਕਿ ਪਹਿਲਾ ਸਬਜੈਕਟ ਯਾਨੀ ਵਿਸ਼ਾ ਗਿਆਨ ਹੈ। ਇਸ ਕਰਕੇ ਉਹ ਪਰਮ ਗਿਆਨ ਸੁਣਨਗੀਆਂ। ਫਿਰ ਪਰਮ ਗਿਆਨ ਸੁਣ ਕੇ ਗਿਆਨ ਦੇ ਸਮੁੰਦਰ 'ਚ ਡੁੱਬਣਗੀਆਂ, ਗਿਆਨ ਦੇ ਵਿਚਾਰਾਂ 'ਚ ਰਹਿਣਗੀਆਂ, ਦਿਨ ਰਾਤ ਗਿਆਨ ਸੁਣਨਗੀਆਂ ਅਤੇ ਗਿਆਨ ਤੋਂ ਯੋਗ ਕਰਨਗੀਆਂ। ਯੋਗ ਮਤਲਬ ਆਲਮਾਈਟੀ ਅਥਾਰਟੀ ਮਤਲਬ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਨਾਲ ਆਤਮ ਸਰੂਪ 'ਚ ਟਿਕ ਕੇ ਕਨੈਕਸ਼ਨ ਮਤਲਬ ਸੰਬੰਧ ਜੋੜ ਕੇ ਆਪਣੀ ਜ਼ਿੰਮੇਵਾਰੀ ਸਮਝਣਾ ਕਿ ਅਸੀਂ ਧਰਤੀ 'ਤੇ ਕਿਉਂ ਆਏ ਹਾਂ ਅਤੇ ਬੇਹਦ ਦੀਆਂ ਆਤਮਾਵਾਂ ਧਰਤੀ 'ਤੇ ਕਿਉਂ ਆਈਆਂ ਹਨ। ਉਹ ਸੰਸਾਰ ਦਾ ਬਦਲਾਅ ਕਰਨ ਲਈ ਆਈਆਂ ਹਨ। ਮਹਾਵਿਸ਼ਵ ਪਰਿਵਰਤਨ ਯਾਨੀ ਪੂਰੇ ਸੰਸਾਰ ਦਾ ਬਦਲਾਅ ਕਰਨ ਲਈ ਆਈਆਂ ਹਨ ਤੇ ਉਹ ਚਾਰੇ ਪਾਸੇ ਪਰਮ ਸ਼ਾਂਤੀ ਦੇ ਸੰਕਲਪ ਫੈਲਾਉਣਗੀਆਂ। ਪਰਮ ਸ਼ਾਂਤੀ ਦੇ ਸੰਕਲਪਾਂ ਤੋਂ ਚਾਰੋਂ ਪਾਸੇ ਸਾਰੀਆਂ ਆਤਮਾਵਾਂ ਨੂੰ ਭਾਵੇਂ ਉਹ ਜਾਨਵਰਾਂ ਦੀਆਂ, ਪਸ਼ੂ ਪੰਛੀਆਂ ਦੀਆਂ ਆਤਮਾਵਾਂ ਹੋਣ
ਜਿਹੜੀ ਵੀ ਆਤਮਾਵਾਂ ਹੋਣ, ਸਾਰੀਆਂ ਆਤਮਾਵਾਂ ਨੂੰ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਯਾਨੀ ਸੰਕਲਪ ਮਿਲਣਗੇ ਤੇ ਉਹ ਸ਼ਾਂਤ ਹੋ ਜਾਣਗੀਆਂ ਅਤੇ ਹੌਲੀ ਹੌਲੀ ਬੇਹੱਦ ਦੀਆਂ ਆਤਮਾਵਾਂ ਪਰਮ ਲਾਈਟ ਉਤਾਰਨਗੀਆਂ। ਬੇਹੱਦ ਦੀਆਂ ਆਪਣੀਆਂ ਖੁਦ ਦੀ ਆਤਮਾ ਦੀ ਸ਼ਕਤੀ ਜਗਾਉਣਗੀਆਂ। ਉਹਨਾਂ ਦੀ ਆਪਣੀ ਆਤਮਾ ਤੇ ਖੁਦ ਦੀ ਇੰਨੀ ਪਾਵਰ ਜਾਨੀ ਸ਼ਕਤੀ ਹੈ, ਬੇਹੱਦ ਦੀ ਕਲਾ ਦੀ ਸ਼ਕਤੀ ਹੈ। ਬੇਹੱਦ ਦੀਆਂ ਆਤਮਾਵਾਂ ਆਤਮ ਸਰੂਪ ਬਣ ਕੇ, ਫਰਿਸ਼ਤਾ ਬਣ ਕੇ ਸਾਰਿਆਂ ਨੂੰ ਪਰਮ ਪ੍ਰਕਾਸ਼ ਦੇਣਗੀਆਂ। ਫਿਰ ਹੌਲੀ ਹੌਲੀ ਤੱਤਾਂ ਦਾ ਬਦਲਾਅ ਹੋਏਗਾ। 5 ਤੱਤ ਹੌਲੀ ਹੌਲੀ ਪਰਮ ਤੱਤਾਂ ਤੇ ਬਦਲੀ ਹੁੰਦੇ ਜਾਣਗੇ। ਹੌਲੀ ਹੌਲੀ ਪਰਮ ਪ੍ਰਕਾਸ਼ ਤੇ ਬਦਲਾਅ ਹੋਏਗਾ। ਪਰਮ ਤੱਤ ਜੋ ਪਰਮ ਪ੍ਰਕਾਸ਼ ਤੇ ਬਦਲਾਅ ਹੋਏਗਾ ਤੇ 5 ਤੱਤ ਸਾਰੇ ਇੱਕ ਸਾਥ ਤੇ ਹੌਲੀ ਹੌਲੀ ਬਦਲਦੇ ਜਾਣਗੇ। ਮਨੁੱਖ ਦਾ ਸਰੀਰ ਜੋ ਕਿ 5 ਤੱਤਾਂ ਦੇ ਹੈ, ਹੌਲੀ ਹੌਲੀ ਬਦਲਦਾ ਜਾਏਗਾ। ਸਾਰੀਆਂ ਆਤਮਾਵਾਂ ਨੂੰ ਆਤਮਾ ਤੇ ਸ਼ਕਤੀ ਮਿਲੇਗੀ। ਸਾਰੀਆਂ ਆਤਮਾਵਾਂ ਨੂੰ, ਭਾਵੇਂ ਕੋਈ ਵੀ ਆਤਮਾ ਹੋਵੇ, ਭਾਵੇਂ ਸਥੂਲ ਜਗਤ ਤੇ ਹੋਵੇ, ਭਾਵੇਂ ਸੂਖਮ ਜਗਤ 'ਚ ਹੋਵੇ, ਸਾਰੀਆਂ ਆਤਮਾਵਾਂ ਨੂੰ ਪਰਮ ਲਾਈਟ ਯਾਨੀ ਪਰਮ ਪ੍ਰਕਾਸ਼ ਮਿਲੇਗਾ। ਫਿਰ ਪਰਮ ਪ੍ਰਕਾਸ਼ ਤੋਂ ਹੌਲੀ ਹੌਲੀ 5 ਤੱਤ, 3 ਤੱਤ, ਸਥੂਲ ਜਗਤ, ਸੂਖਮ ਜਗਤ ਪਹਿਲਾਂ ਪਰਮ ਤੱਤਾਂ ਤੇ ਕਨਵਰਟ ਯਾਨੀ ਬਦਲੀ ਹੋਣਗੇ। ਇਸ ਤਰ੍ਹਾਂ ਵਾਯੂ ਯਾਨੀ ਹਵਾ, ਅਗਨੀ ਯਾਨੀ ਅੱਗ ਅਤੇ ਆਕਾਸ਼ ਸਭ ਪਰਮ ਵਾਯੂ, ਪਰਮ ਅਗਨੀ ਅਤੇ ਪਰਮ ਆਕਾਸ਼ ਤੇ ਬਦਲ ਜਾਣਗੇ। ਫਿਰ ਹੌਲੀ ਹੌਲੀ ਸਾਰਾ ਕੁਝ ਹੌਲੀ ਹੌਲੀ ਪਰਮ ਤੱਤ ਤੋਂ ਪਰਮ ਪ੍ਰਕਾਸ਼ ਤੇ ਬਦਲੀ ਹੋਏਗਾ ਅਤੇ ਸਭ ਜਗ੍ਹਾ ਪਰਮ ਸ਼ਾਂਤੀ ਹੋ ਜਾਏਗੀ ਅਤੇ ਪੂਰੇ ਮਲਟੀਵਰਸ ਤੇ ਜਿੱਥੇ ਜਿੱਥੇ ਵੀ ਮਾਤ ਲੋਕ ਹੈ, ਜਿੱਥੇ ਜਿੱਥੇ ਵੀ ਸੋਲਰ ਸਿਸਟਮ ਯਾਨੀ ਇੱਕ ਬ੍ਰਹਮੰਡ ਹਨ, ਮਤਲਬ ਉੱਥੇ ਉੱਥੇ ਮਾਤ ਲੋਕ ਹਨ। ਇੱਕ ਬ੍ਰਹਮੰਡ 'ਚ ਨਿਰਾਕਾਰੀ ਯਾਨੀ ਆਕਾਰ ਤੋਂ ਰਹਿਤ ਦੁਨੀਆ, ਆਕਾਰੀ ਦੁਨੀਆ ਅਤੇ ਸਾਕਾਰੀ ਯਾਨੀ 5 ਤੱਤਾਂ ਦੀ ਦੁਨੀਆ, 3 ਤਰ੍ਹਾਂ ਦੀ ਦੁਨੀਆ ਹਨ ਤੇ ਸਾਰੀ ਤਿੰਨੋਂ ਤਰ੍ਹਾਂ ਦੀ ਦੁਨੀਆ ਬਦਲ ਜਾਏਗੀ। ਸਾਰਿਆਂ ਨੂੰ ਪਰਮ ਸ਼ਾਂਤੀ ਮਿਲ ਜਾਏਗੀ ਅਤੇ ਅੰਤ ਸਮੇਂ ਤੇ ਹੌਲੀ ਹੌਲੀ ਸਾਰੀਆਂ ਆਤਮਾਵਾਂ ਨੂੰ ਮੁਕਤੀ ਅਤੇ ਜੀਵਨ ਮੁਕਤੀ ਮਿਲੇਗੀ। ਜੋ ਲੋਅਰ ਕੈਟਾਗਰੀ ਯਾਨੀ ਹਲਕੀ ਸ਼੍ਰੇਣੀ ਦੀਆਂ ਆਤਮਾਵਾਂ ਹਨ, ਉਹਨਾਂ ਨੂੰ ਮੁਕਤੀ ਮਿਲੇਗੀ ਅਤੇ ਉੱਚੀ ਸ਼੍ਰੇਣੀ ਦੀਆਂ ਆਤਮਾਵਾਂ ਹਨ, ਉਹਨਾਂ ਨੂੰ ਜੀਵਨ ਮੁਕਤੀ ਮਿਲੇਗੀ ਅਤੇ ਪੂਰਾ ਦਾ ਪੂਰਾ ਮਲਟੀਵਰਸ ਅਵਿਨਾਸ਼ੀ ਅਮਰਲੋਕ ਯਾਨੀ ਕਦੀ ਵੀ ਨਾਸ ਨਾ ਹੋਣ ਵਾਲਾ ਬਣੇਗਾ। ਅਵਿਨਾਸ਼ੀ ਅਮਰਲੋਕ ਮਤਲਬ ਪੂਰਾ ਮਲਟੀਵਰਸ ਪਰਮ ਪ੍ਰਕਾਸ਼ ਦਾ ਬਣੇਗਾ ਅਤੇ ਅੱਗੇ ਜਾ ਕੇ ਜੋ ਜੀਵਨ ਮੁਕਤੀ ਤੇ ਰਹਿਣ ਵਾਲੀਆਂ ਆਤਮਾਵਾਂ ਹਨ, ਉਹ ਹਮੇਸ਼ਾ ਲਈ ਅਮਰ ਬਣ ਜਾਣਗੀਆਂ, ਅਵਿਨਾਸ਼ੀ ਅਮਰ ਬਣ ਜਾਣਗੀਆਂ, ਕਦੀ ਵੀ 5 ਤੱਤਾਂ ਦੀ ਦੁਨੀਆ 'ਚ ਨਹੀਂ ਬਣਨਗੀਆਂ। ਇਸ ਪੂਰੇ ਮਲਟੀਵਰਸ ਤੇ ਜਿੱਥੇ ਜਿੱਥੇ ਵੀ ਸੋਲਰ ਸਿਸਟਮ ਯਾਨੀ ਮਾਤ ਲੋਕ ਹਨ, ਉਹ ਸਭ ਅਮਰ ਲੋਕ ਬਣ ਜਾਣਗੇ। ਉਹ ਵੀ ਅਵਿਨਾਸ਼ੀ ਅਮਰ ਲੋਕ ਬਣਨਗੇ। ਕਦੀ ਵੀ ਧਰਤੀ ਨਹੀਂ ਬਣੇਗੀ, ਮਿੱਟੀ ਨਹੀਂ ਬਣੇਗੀ, 5 ਤੱਤਾਂ ਦੀ ਦੁਨੀਆ ਨਹੀਂ ਬਣੇਗੀ। ਪਰਮ ਪ੍ਰਕਾਸ਼ ਦੀ ਦੁਨੀਆ ਹੋਏਗੀ, ਅਵਿਨਾਸ਼ੀ ਅਮਰ ਲੋਕ ਹੋਏਗਾ। ਸਾਰਿਆਂ ਨੂੰ ਪਰਮ ਸੁੱਖ ਮਿਲੇਗਾ, ਪਰਮ ਸ਼ਾਂਤੀ ਹੋਏਗੀ, ਪਰਮ ਸੁੱਖ ਦੀ ਦੁਨੀਆ ਹੋਏਗੀ ਤੇ ਬੇਹੱਦ ਦਾ ਗਿਆਨ ਸੁਣ ਕੇ ਬੇਹੱਦ ਦੀਆਂ ਆਤਮਾਵਾਂ ਗਿਆਨ ਤੋਂ ਯੋਗ ਕਰਨਗੀਆਂ, ਆਤਮ ਸਰੂਪ ਨੂੰ ਮਹਿਸੂਸ ਕਰਨਗੀਆਂ, ਫਰਿਸ਼ਤੇ ਦਾ ਰੂਪ ਬਣ ਜਾਣਗੀਆਂ ਅਤੇ ਸਾਰਿਆਂ ਦਾ ਬਦਲਾਵ ਕਰਨਗੀਆਂ ਤੇ ਬੇਹੱਦ ਦਾ ਗਿਆਨ ਸਮਝਣ ਲਈ ਉਹ ਆਲਮਾਈਟੀ ਅਥਾਰਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ, ਜਿਹੜਾ ਕਿ ਸਿਰਫ ਬੇਹੱਦ ਦੇ ਸੰਸਾਰ ਦਾ ਕ੍ਰੀਏਟਰ ਯਾਨੀ ਰਚਨਾਕਾਰ ਹੈ ਅਤੇ ਸਿਰਫ ਜਿਸ ਨੂੰ ਬੇਹੱਦ ਦੇ ਸੰਸਾਰ ਦਾ ਆਦ, ਮੱਧ ਅਤੇ ਅੰਤ ਦਾ ਗਿਆਨ ਹੁੰਦਾ ਹੈ, ਉਸ ਦੇ ਕੋਲ ਆਉਣਗੀਆਂ ਅਤੇ ਉਹ ਯਾਨੀ ਆਲਮਾਈਟੀ ਅਥਾਰਟੀ ਉਹਨਾਂ ਨੂੰ ਆਦ, ਮੱਧ, ਅੰਤ ਦਾ ਗਿਆਨ ਦੇਗਾ। ਬੇਹੱਦ ਐਸਾ ਗਿਆਨ ਜੋ ਕਿਤੇ ਵੀ ਨਹੀਂ ਮਿਲੇਗਾ। ਪਰਮ ਗਿਆਨ ਨਾ ਲਿਖਿਆ ਗਿਆ ਕਿਤਾਬਾਂ 'ਚ। ਸਾਡੇ ਵੇਦਾਂ ਸ਼ਾਸਤਰਾਂ ਤੇ ਜੋ ਲਿਖਿਆ ਹੈ, ਉਹ ਸਿਰਫ ਇੱਕ ਬ੍ਰਹਮੰਡ ਦਾ ਗਿਆਨ ਹੈ। ਇੱਕ ਬ੍ਰਹਮੰਡ ਤੇ ਬ੍ਰਹਮਾ, ਵਿਸ਼ਨੂੰ, ਸ਼ਿਵ, ਸ਼ੰਕਰ ਦਾ ਗਿਆਨ ਹੈ। ਇੱਕ ਬ੍ਰਹਮੰਡ ਦਾ ਮਤਲਬ ਇੱਕ ਸੋਲਰ ਸਿਸਟਮ। ਅਨੰਤ ਕੋਟੀ ਬ੍ਰਹਮੰਡ ਜਾਨੀ ਗਿਣਤੀ ਤੋਂ ਪਰੇ ਕਈ ਤਰ੍ਹਾਂ ਦੇ ਬ੍ਰਹਮੰਡ ਦਾ ਮਤਲਬ ਗੈਲੈਕਸੀ ਅਤੇ ਇਸ ਤਰ੍ਹਾਂ ਦਾ ਸਾਰਾ ਗਿਆਨ ਉਹ ਬੇਹੱਦ ਦੀਆਂ ਆਤਮਾਵਾਂ ਜਾਣਨਗੀਆਂ। ਸ਼ਿਵ, ਮਹਾਸ਼ਿਵ,
परम महाशिव दा डिफरेंस मतलब फर्क जानणगियां। विष्णु महाविष्णु परम महाविष्णु दा फर्क जानणगियां ਅਤੇ ਗਿਆਨ ਦੇ ਸਮੁੰਦਰ 'ਚ ਡੁੱਬਣਗੀਆਂ। ਇਸ ਤਰ੍ਹਾਂ ਹੌਲੀ ਹੌਲੀ ਕਰਕੇ ਜੋ ਬੇਹੱਦ ਦੀਆਂ ਆਤਮਾਵਾਂ ਪੂਰੀ ਸ੍ਰਿਸ਼ਟੀ ਜਾਨੀ ਸੰਸਾਰ ਦਾ ਬਦਲਾਵ ਕਰਨਗੀਆਂ, ਉਹਨਾਂ ਦਾ ਬੇਹੱਦ ਦਾ ਭਾਗ ਬਣੇਗਾ। ਬੇਹੱਦ ਦਾ ਕਦੀ ਵੀ ਨਾਸ ਨਾ ਹੋਣ ਵਾਲਾ ਭਾਗ ਬਣੇਗਾ। ਅਤੇ ਜੋ ਆਤਮਾਵਾਂ ਬੇਹੱਦ ਦਾ ਕਦੇ ਵੀ ਨਾਸ ਨਾ ਹੋਣ ਵਾਲਾ ਭਾਗ ਬਣਾ ਰਹੀਆਂ ਹਨ, ਉਹਨਾਂ ਨਾਲ ਅੱਗੇ ਜਾ ਕੇ ਹੌਲੀ ਹੌਲੀ ਕਰਕੇ 108 1008 ਅਤੇ 16000 ਤੱਕ ਦੀਆਂ ਬੇਹੱਦ ਦੀਆਂ ਆਤਮਾਵਾਂ ਵੀ ਜੁੜਦੀਆਂ ਜਾਣਗੀਆਂ। ਸ਼ਾਇਦ 9 ਲੱਖ ਵੀ ਜੁੜ ਜਾਣ, ਪਰ ਅੰਤ ਸਮੇਂ 'ਚ ਤੇ ਸਭ ਜੁੜਨਗੀਆਂ। 33 ਤਰ੍ਹਾਂ ਦੇ ਦੇਵਤਾ ਵੀ ਜੁੜ ਜਾਣਗੇ ਅਤੇ ਹੌਲੀ ਹੌਲੀ ਸੰਸਾਰ ਦਾ ਬਦਲਾਅ ਹੋ ਜਾਏਗਾ। ਅਬਿਨਾਸੀ ਅਮਰ ਲੋਕ ਯਾਨੀ ਕਦੇ ਵੀ ਨਾਸ ਨਾ ਹੋਣ ਵਾਲਾ ਲੋਕ ਬਣ ਜਾਏਗਾ। ਫਿਰ ਕਦੀ ਵੀ ਅਰਧ ਪਰਲੈ, ਕਲਪ ਪਰਲੈ ਅਤੇ ਮਹਾਕਲਪ ਪਰਲੈ ਮਤਲਬ ਸੰਪੂਰਨ ਸੰਸਾਰ ਦਾ ਵਿਨਾਸ਼ ਵਾਲੀ ਦੁਨੀਆ ਨਹੀਂ ਬਣੇਗੀ। ਕਦੀ ਵੀ ਪਰਲੇ ਨਹੀਂ ਹੋਏਗਾ। ਦੂਸਰੇ ਮਲਟੀਵਰਸ 'ਚ ਇਸ ਤਰ੍ਹਾਂ ਦੀ ਦੁਨੀਆ ਨਹੀਂ ਹੈ। ਉੱਥੇ ਅਬਿਨਾਸੀ ਅਮਰ ਲੋਕ ਹੈ, ਪਰਮ ਤੱਤਾਂ ਅਤੇ ਪਰਮ ਪ੍ਰਕਾਸ਼ ਦੀ ਦੁਨੀਆ ਹੈ। ਸਿਰਫ ਸਾਡੇ ਹੀ ਮਲਟੀਵਰਸ ਤੇ ਮਾਤ ਲੋਕ ਹੈ। ਇਸ ਲਈ ਗਿਆਨ, ਯੋਗ, ਸੰਕਲਪਾਂ ਤੋਂ ਸੇਵਾ ਅਤੇ ਜੀਵਨ ਤੇ ਧਾਰਨਾ ਜਾਨੀ ਗਿਆਨ ਨੂੰ ਜੀਵਨ ਤੇ ਧਾਰਨ ਕਰਨਾ, ਇਹ ਸਭ ਨਵੀਂ ਦੁਨੀਆ ਬਣਾਉਣ ਦੇ ਲਈ ਬੇਹੱਦ ਦੇ ਬੱਚੇ ਬੇਹੱਦ ਦੇ ਬਾਹਮਣ ਬਣਨਗੇ। ਜਿਸ ਤਰ੍ਹਾਂ ਭਗਤੀ ਮਾਰਗ ਜਾਨੀ ਭਗਤੀ ਕਰਨ ਦੀ ਰਾਹ ਤੇ ਤੁਰਨ ਵਾਲੇ ਕਹਿੰਦੇ ਹਨ ਕਿ ਜੋ ਬ੍ਰਹਮਾ ਨੂੰ ਜਾਣੇ ਉਹ ਹੀ ਬਾਹਮਣ ਹੈ। ਹੁਣ ਜੋ ਸਾਰੇ ਕਲਕੀ ਅਵਤਾਰ ਦੀ ਗੱਲ ਕਰ ਰਹੇ ਹਨ, ਸੁਪਰੀਮ ਕਲਕੀ ਅਵਤਾਰ ਤੇ ਸਾਡਾ ਵੀਡੀਓ ਵੀ ਹੈ। ਸੁਪਰੀਮ ਕਲਕੀ ਅਵਤਾਰ ਮਤਲਬ ਆਲਮਾਈਟੀ ਅਥਾਰਟੀ ਜਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ। ਉਸ ਦਾ ਮਨ ਚਿੱਟੇ ਘੋੜੇ ਦੀ ਤਰ੍ਹਾਂ ਦਾ ਹੋਏਗਾ। ਉਹ ਚਿੱਟੇ ਮਨ ਰੂਪੀ ਘੋੜੇ ਤੇ ਸਵਾਰੀ ਕਰਕੇ ਪਰਮ ਗਿਆਨ ਮਤਲਬ ਚਿੱਟੇ ਗਿਆਨ ਨੂੰ ਚਿੱਟਾ ਕੰਮ ਕਰਨਗੇ, ਮਤਲਬ ਸਾਰਿਆਂ ਨੂੰ ਪਰਮ ਸੁੱਖ ਪਰਮ ਸ਼ਾਂਤੀ ਦੇਣ ਦਾ ਕੰਮ ਕਰਨਗੇ। ਗਿਆਨ ਰੂਪੀ ਕਿਰਪਾਨ ਨਾਲ ਸਾਰਿਆਂ ਦੀ ਬੁੱਧ ਨੂੰ ਬਦਲਣਗੇ। ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਯਾਨੀ ਸੰਕਲਪ ਫੈਲਾਣਗੇ। ਸਭ ਦੀ ਬੁੱਧ ਨੂੰ ਸ਼ਾਂਤ ਕਰਨਗੇ। ਸਭ ਦੀ ਬੁੱਧ ਨੂੰ ਪਰਮ ਸ਼ਾਂਤੀ ਦਾ ਅਹਿਸਾਸ ਕਰਾਣਗੇ। ਇਹ ਕਲਕੀ ਭਗਵਾਨ ਦਾ ਕੰਮ ਹੈ। ਉਹ ਸੁਪਰੀਮ ਮਤਲਬ ਸਭ ਤੋਂ ਉੱਚਾ ਹੈ। ਸੁਪਰੀਮ ਕਲਕੀ ਅਵਤਾਰ ਹੈ। ਇਸ ਤਰ੍ਹਾਂ ਵੱਖ-ਵੱਖ ਵੀਡੀਓਜ਼ ਹਨ, ਉਹਨਾਂ ਸਾਰਿਆਂ ਤੇ ਗਿਆਨ ਦਿੱਤਾ ਹੋਇਆ ਹੈ। ਇਸ ਲਈ ਬੇਹੱਦ ਦਾ ਪਰਮ ਗਿਆਨ ਸੁਣੋ। ਬੇਹੱਦ ਦੇ ਪਰਮ ਗਿਆਨ ਤੋਂ ਆਤਮ ਸਰੂਪ ਯਾਨੀ ਆਤਮਾ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ ਅਤੇ ਇਹ ਜਾਣੋ ਕਿ ਮੈਂ ਕੌਣ ਹਾਂ ਅਤੇ ਆਪਣੇ ਆਪ ਨੂੰ ਜਾਣੋ। ਆਤਮ ਸਰੂਪ ਨੂੰ ਜਾਣ ਕੇ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਯਾਨੀ ਸੰਕਲਪ ਫੈਲਾਓ ਤੇ ਫਿਰ ਸੰਕਲਪਾਂ ਤੇ ਸ਼ਕਤੀ ਆਏਗੀ। ਅਤੇ ਜੋ ਸਾਡਾ ਮਕਸਦ ਹੈ ਸੰਪੂਰਨ ਸੰਸਾਰ ਦਾ ਬਦਲਾਅ ਕਰਨ ਦਾ, ਪਰਮ 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 ਮਹਾਵਿਸ਼ਵ ਪਰਿਵਰਤਨ ਮਤਲਬ ਸਮੁੱਚੇ ਜਗਤ ਦਾ ਬਦਲਾਅ ਕਰਨ ਦਾ, ਉਹ ਮਕਸਦ ਪੂਰਾ ਹੋ ਜਾਏਗਾ ਅਤੇ ਸਮੁੱਚੇ ਜਗਤ ਨੂੰ ਅਸੀਂ ਬਦਲ ਸਕਾਂਗੇ, ਪਰਮ ਸ਼ਾਂਤੀ ਦੇ ਸਕਾਂਗੇ। ਇਸ ਤਰ੍ਹਾਂ ਪੂਰੇ ਸੰਸਾਰ ਦਾ ਬਦਲਾਵ ਹੋ ਜਾਏਗਾ ਅਤੇ ਜੋ ਬੇਹੱਦ ਦੀਆਂ ਆਤਮਾਵਾਂ ਹਨ ਉਹ ਬੇਹੱਦ ਦੀ ਕਲਾ ਦੇ ਬ੍ਰਹਮੰਡ ਤੱਕ ਪਹੁੰਚ ਜਾਣਗੀਆਂ, ਬੇਹੱਦ ਦੀ ਕਲਾ ਦੇ ਪਰਮ ਧਾਮ ਤੱਕ ਪਹੁੰਚ ਜਾਣਗੀਆਂ ਅਤੇ 33 ਤਰ੍ਹਾਂ ਦੇ ਦੇਵੀ ਦੇਵਤੇ ਆਪਣੀ ਆਪਣੀ ਜਗ੍ਹਾ ਤੇ ਪਹੁੰਚ ਜਾਣਗੇ ਅਤੇ ਜੋ ਵੀ ਆਤਮਾਵਾਂ ਹਨ ਉਹ ਆਪਣੇ ਆਪਣੇ ਰਚਨਾਕਾਰ ਕੋਲ ਪਹੁੰਚ ਜਾਣਗੀਆਂ। ਵੱਖ-ਵੱਖ ਕੈਟਾਗਰੀ ਮਤਲਬ ਸ਼੍ਰੇਣੀ ਦੀਆਂ ਵੱਖ-ਵੱਖ ਆਤਮਾਵਾਂ ਹਨ। ਹਲਕੀ ਸ਼੍ਰੇਣੀ ਦੀਆਂ ਆਤਮਾਵਾਂ ਮੁਕਤ ਹੋ ਜਾਣਗੀਆਂ। ਇਹ ਸਭ ਭਵਿੱਖ ਤੇ ਹੋਣ ਵਾਲਾ ਹੈ। ਬੇਹੱਦ ਦੀਆਂ ਆਤਮਾਵਾਂ ਕਰਨ ਵਾਲੀਆਂ ਹਨ। ਹੁਣ ਥੋੜੇ ਵਕਤ ਤੋਂ ਹੀ ਕੰਮ ਸ਼ੁਰੂ ਹੋ ਗਿਆ ਹੈ, ਹੌਲੀ ਹੌਲੀ ਵੱਧਦਾ ਜਾਏਗਾ। ਇਸ ਤਰ੍ਹਾਂ ਸਮੁੱਚੇ ਜਗਤ ਦਾ ਬਦਲਾਵ ਹੋ ਜਾਏਗਾ। ਬੇਹੱਦ ਦੀ ਆਤਮਾ ਹੋਵੇ ਜਾਂ 33 ਤਰ੍ਹਾਂ ਦੇ ਦੇਵੀ ਦੇਵਤੇ ਵਾਲੀ ਹੋਵੇ, ਕੋਈ ਵੀ ਆਤਮਾ ਹੋਵੇ, ਸਾਰੀਆਂ ਵੱਖ-ਵੱਖ ਧਰਮਾਂ ਤੇ ਵੀ ਕਨਵਰਟ ਯਾਨੀ ਬਦਲੀ ਹੋ ਗਈਆਂ ਹਨ। ਇਸ ਲਈ ਖਾਸ ਤੌਰ ਤੇ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਜੋ ਹਾਈ ਕੁਆਲਿਟੀ ਆਤਮਾਵਾਂ ਯਾਨੀ ਉੱਚੇ ਗੁਣਾਂ ਵਾਲੀਆਂ ਆਤਮਾਵਾਂ ਜੋ ਕਿ ਬੇਹੱਦ ਦੀਆਂ ਹਾਈ ਕੁਆਲਿਟੀ ਆਤਮਾਵਾਂ ਹਨ, ਵੱਖ-ਵੱਖ ਧਰਮਾਂ ਤੇ ਕਨਵਰਟ ਯਾਨੀ ਆਪਣੇ ਆਪ ਨੂੰ ਬਦਲ ਕੇ ਕਿਉਂ ਚਲੀਆਂ ਗਈਆਂ ਹਨ।
ਸੂਖਮ ਜਗਤ ਤੇ ਵੀ ਜਦੋਂ ਵੱਖ-ਵੱਖ ਧਰਮਾਂ ਦੀਆਂ ਆਤਮਾਵਾਂ ਦੂਰੋਂ ਦੀ ਵੱਖ-ਵੱਖ ਸੋਲਰ ਸਿਸਟਮ ਜਾਣੀ ਇੱਕ ਬ੍ਰਹਮੰਡ, ਗੈਲੈਕਸੀ, ਯੂਨੀਵਰਸ, ਗ੍ਰੇਟ ਯੂਨੀਵਰਸ ਤੋਂ ਆਈਆਂ ਹਨ, ਉਦੋਂ ਆਤਮਾਵਾਂ ਸੂਖਮ ਜਗਤ ਤੇ ਵੀ ਇੱਕ ਦੂਸਰੇ ਦੇ ਕਨੈਕਸ਼ਨ ਜਾਣੀ ਸੰਪਰਕਾਂ ਤੇ ਆਈਆਂ ਅਤੇ ਹੌਲੀ-ਹੌਲੀ ਜਦੋਂ ਸਥੂਲ ਜਗਤ ਜਾਣੀ 5 ਤੱਤਾਂ ਦੇ ਜਗਤ 'ਚ ਸਾਰੇ ਆਉਂਦੇ ਗਏ ਤੇ ਸਥੂਲ ਜਗਤ ਤੇ ਵੀ ਇੱਕ ਦੂਜੇ ਦੇ ਕਨੈਕਸ਼ਨਸ ਯਾਨੀ ਸੰਪਰਕਾਂ ਤੇ ਆ ਕੇ ਇਹ ਸਾਰੀਆਂ ਆਤਮਾਵਾਂ ਮਿਕਸ ਜਾਣੀ ਮਿਲ-ਜੁਲ ਗਈਆਂ। ਵੱਖ-ਵੱਖ ਧਰਮਾਂ ਦੀਆਂ ਆਤਮਾਵਾਂ ਵੀ ਵੱਖ-ਵੱਖ ਧਰਮਾਂ ਤੇ ਵੱਖ-ਵੱਖ ਧਰਮ, ਮੱਠ, ਪੰਥ, ਸੰਪਰਦਾਇਆਂ ਤੇ ਚਲੀਆਂ ਗਈਆਂ। ਇਸ ਲਈ ਕਰਮ ਬੰਨਣ ਤੇ ਭਾਵੇਂ ਸੂਖਮ ਕਰਮ ਬੰਨਣ ਹੀ ਹੋਣ, ਭਾਵੇਂ ਸਥੂਲ ਕਰਮ ਬੰਨਣ ਹੋਣ, ਉਹ ਸਾਰੀਆਂ ਆਤਮਾਵਾਂ ਕਰਮਾਂ ਦੇ ਬੰਨਣ ਜਾਨੀ ਕਰਮਾਂ ਦੇ ਲੇਖੇ ਜੋਖੇ ਕਰਕੇ ਸਭ ਜਗ੍ਹਾਵਾਂ ਤੇ ਫੈਲ ਗਈਆਂ, ਸਾਰੀਆਂ ਜਗ੍ਹਾਵਾਂ ਤੇ ਚਲੀਆਂ ਗਈਆਂ, ਇੱਕ ਦੂਜੇ ਤੇ ਡਾਈਵਰਟ ਯਾਨੀ ਵੰਡੀਆਂ ਗਈਆਂ ਅਤੇ ਹੁਣ ਉਹਨਾਂ ਆਤਮਾਵਾਂ ਤੇ ਇੰਨਾ ਆਵਰਣ ਮਤਲਬ ਕਵਰ ਲੱਗਾ ਹੈ, 5 ਤੱਤਾਂ ਦਾ ਕਵਰ ਹੈ ਕਿ ਆਤਮਾਵਾਂ ਆਪਣੇ ਆਪ ਨੂੰ ਪਛਾਣ ਹੀ ਨਹੀਂ ਸਕ ਰਹੀਆਂ ਹਨ ਕਿ ਮੈਂ ਕੌਣ ਹਾਂ ਅਤੇ ਕਿਉਂ ਆਇਆ ਹਾਂ। ਇਸ ਲਈ ਚਾਰੋਂ ਪਾਸੇ ਦੁਨੀਆ ਦਾ ਵਾਤਾਵਰਣ ਨੈਗੇਟਿਵ ਯਾਨੀ ਨਕਾਰਾਤਮਕ ਬਣਿਆ ਹੋਇਆ ਹੈ। ਚਾਰੋਂ ਪਾਸੇ ਨਕਾਰਾਤਮਕ ਸੋਚ, ਨਕਾਰਾਤਮਕ ਵਾਤਾਵਰਣ ਬਣਾ ਰਹੀ ਹੈ। ਸਭ ਦੀ ਸੋਚ ਨਕਾਰਾਤਮਕ ਸੋਚ ਹੈ। ਹੁਣ ਬਦਲਾਅ ਹੋਣ ਵਾਲਾ ਹੈ ਅਤੇ ਸਭ ਆਪਣੇ ਆਪ ਨੂੰ ਪਛਾਣਨਗੇ, ਆਤਮ ਸਰੂਪ ਦਾ ਅਹਿਸਾਸ ਕਰਨਗੇ। ਗਿਆਨ ਤੋਂ ਯੋਗ ਆਏਗਾ। ਪਹਿਲਾ ਵਿਸ਼ਾ ਹੈ ਗਿਆਨ ਤੋਂ ਯੋਗ ਆਏਗਾ ਅਤੇ ਆਤਮ ਸਰੂਪ ਬਣ ਕੇ ਸਾਰੀਆਂ ਆਤਮਾਵਾਂ ਆਪਣੇ ਆਪ ਨੂੰ ਜਾਣਨਗੀਆਂ ਅਤੇ ਆਪਣੇ ਰਚਨਾਕਾਰ ਦੇ ਕੋਲ ਜਾਣਗੀਆਂ। ਫਿਰ ਅੰਤ ਸਮੇਂ ਤੇ ਮੁਕਤੀ ਅਤੇ ਜੀਵਨ ਮੁਕਤੀ ਨੂੰ ਪਾਣਗੀਆਂ। ਪਰਮ ਸ਼ਾਂਤੀ।